ਹੈਲੋ एवरीवन, आई वेलकम यू ऑल टू माय यूट्यूब चैनल जीएस विद उदित सर। ਅੱਜ ਆਪਾਂ ਡਿਸਕਸ ਕਰਾਂਗੇ ਸਾਡੀ जीएस MCQ ਸੀਰੀਜ਼ ਦਾ ਸੈਟ ਨੰਬਰ 5। ਆਲਰੇਡੀ ਮੈਂ 4 ਵੀਡੀਓਜ਼ ਨੂੰ ਅਪਲੋਡ ਕਰ ਚੁੱਕਾ, ਬਹੁਤ ਡਿਟੇਲ 'ਚ ਮੈਂ ਕੁਐਸਚਨਸ ਨੂੰ ਡਿਸਕਸ ਕੀਤਾ। ਤੁਸੀਂ ਜ਼ਰੂਰ ਵੀਡੀਓਜ਼ ਨੂੰ ਦੇਖੋ, ਪੁਰਾਣੀ ਵੀਡੀਓਜ਼ ਵੀ ਦੇਖੋ ਤੇ ਇਸ ਵੀਡੀਓ ਨੂੰ ਵੀ ਪੂਰਾ ਦੇਖੋ ਐਂਡ ਤੱਕ, ਤਾਂ ਕਿ ਤੁਹਾਡੇ ਕਨਸੈਪਟਸ ਕਿੰਨੇ ਕਲੀਅਰ ਹੈ ਤੇ ਤੁਹਾਡੇ ਐਗਜ਼ਾਮ ਲਈ ਕਿੰਨੀ ਤਿਆਰੀ ਹੈ ਤੁਸੀਂ ਇਹਨੂੰ ਜੱਜ ਕਰ ਸਕਦੇ ਹੋ। ਟਾਈਮ ਵੇਸਟ ਨਹੀਂ ਕਰਨਾ ਆਪਾਂ ਬਿਲਕੁਲ ਵੀ। ਇਹ ਮੇਰੀ ਇੰਸਟਾ ਆਈਡੀ ਹੈ, ਤੁਸੀਂ ਮੈਨੂੰ ਇੱਥੇ ਫੋਲੋ ਕਰ ਸਕਦੇ ਹੋ। ਕੋਈ ਤੁਹਾਡੀ ਕੁਐਰੀ, ਕੋਈ ਡਾਊਟ ਤੁਸੀਂ ਮੈਨੂੰ ਪੁੱਛ ਸਕਦੇ ਹੋ। ਤੇ ਆ ਹੈਗਾ ਆਪਣਾ ਕੁਐਸਚਨ ਨੰਬਰ 1 ਅੱਜ ਦਾ। ਵਿਚ ਆਫ ਦ ਫੋਲੋਇੰਗ ਐਕਟਸ ਐਂਡਡ ਦ ਮੋਨੋਪਲੀ ਆਫ ਦ ਈਸਟ ਇੰਡੀਆ ਕੰਪਨੀ ਓਵਰ ਟ੍ਰੇਡ ਵਿਦ ਇੰਡੀਆ। ਓਵਰ ਟ੍ਰੇਡ ਵਿਦ ਇੰਡੀਆ। ਹੁਣ ਦੇਖੋ ਇਸ ਕੁਐਸਚਨ 'ਚ ਇਹ ਕਿਹੜੇ ਐਕਟ ਲਿਖੇ ਹੋਏ ਆ। ਇਹ ਉਹ ਐਕਟ ਲਿਖੇ ਹੋਏ ਆ ਜਿਹੜੇ ਕਦੋਂ ਆਏ ਸੀ, ਜਦੋਂ ਕਿਹਦਾ ਰਾਜ ਸੀਗਾ ਇੰਡੀਆ 'ਚ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਰਾਜ ਸੀ, ਉਦੋਂ ਇਹ ਐਕਟ ਸਾਰੇ ਐਕਟ ਆਏ ਸੀ। ਸਭ ਤੋਂ ਪਹਿਲੀ ਵਾਰੀ ਆਇਆ ਸੀ ਰੈਗੂਲੇਟਿੰਗ ਐਕਟ ਆਫ 1773। ਉਸ ਤੋਂ ਬਾਅਦ ਕਿਹੜਾ ਐਕਟ ਆਇਆ, ਰੈਗੂਲੇਟਿੰਗ ਐਕਟ ਆਫ 1793। ਥੋੜੀ ਇੱਥੇ ਮਿਸਟੇਕ ਹੈ, ਇਟ ਇਜ਼ ਨਾਟ ਰੈਗੂਲੇਟਿੰਗ ਐਕਟ ਆਫ 1793, ਇਹਨੂੰ ਆਪਾਂ ਚਾਰਟਰ ਐਕਟ ਕਵਾਂਗੇ। ਕਿਹੜਾ ਐਕਟ ਕਵਾਂਗੇ? ਚਾਰਟਰ ਐਕਟ। ਠੀਕ ਹੈ। ਤੇ ਇੱਥੇ ਤੁਹਾਨੂੰ ਪੁੱਛ ਰਹੇ ਕਿ ਕਿਹੜੇ ਐਕਟ 'ਚ ਜਿਹੜੀ ਮੋਨੋਪਲੀ ਸੀਗੀ ਟ੍ਰੇਡ ਦੀ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ, ਉਹ ਖਤਮ ਕਰਤੀ ਗਈ ਸੀ। ਤੇ ਇਸ ਕੁਐਸਚਨ ਦਾ ਰਾਈਟ ਆਂਸਰ ਕੀ ਹੈ? ਇਸ ਕੁਐਸਚਨ ਦਾ ਰਾਈਟ ਆਂਸਰ ਹੈ ਚਾਰਟਰ ਐਕਟ ਆਫ 1813। ਜਿਹੜੀ ਮੋਨੋਪਲੀ ਹੈ ਉਹ ਖਤਮ ਕਰਤੀ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਦੋ ਚੀਜ਼ਾਂ ਨੂੰ ਛੱਡ ਕੇ। ਤੇ ਉਹ ਦੋ ਚੀਜ਼ਾਂ ਕਿਹੜੀਆਂ ਸਨ? ਇੱਕ ਤਾਂ ਟੀ, ਚਾਹ ਪੱਤੀ, ਯਾਨੀ ਕਿ ਦੂਜਾ ਟ੍ਰੇਡ ਵਿਦ ਚਾਈਨਾ। ਇਹ ਦੋ ਚੀਜ਼ਾਂ ਨੂੰ ਛੱਡ ਕੇ ਬਾਕੀ ਸਾਰੀ ਦੀ ਸਾਰੀ ਚੀਜ਼ਾਂ ਤੋਂ ਮੋਨੋਪਲੀ ਜਿਹੜੀ ਸੀਗੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ, ਉਹ ਖਤਮ ਕਰਤੀ ਗਈ ਸੀ। ਠੀਕ ਹੈ। ਤੇ ਇਸ ਕੁਐਸਚਨ ਦਾ ਰਾਈਟ ਆਂਸਰ ਹੋ ਜਾਏਗਾ ਬੀ ਆਪਸ਼ਨ। ਹੁਣ ਜੇ ਮੈਂ ਇਸ ਗੱਲ ਕਰਾਂ ਡੀ ਆਪਸ਼ਨ ਦੀ, ਇੱਥੇ ਕੀ ਲਿਖਿਆ ਹੋਇਆ? ਰੈਗੂਲੇਟਿੰਗ ਐਕਟ ਆਫ 1773। ਇਹਦੇ ਬਾਰੇ ਤੁਸੀਂ ਯਾਦ ਰੱਖਣਾ ਕਿ ਇਸ ਐਕਟ 'ਚ ਕੀ ਹੋਇਆ ਸੀ, ਗਵਰਨਰ ਆਫ ਬੰਗਾਲ ਨੂੰ ਕੀ ਕਹਿਣ ਲੱਗੇ ਸੀਗੇ? ਗਵਰਨਰ ਜਨਰਲ ਆਫ ਬੰਗਾਲ। ਤੇ ਜੇ ਤੁਹਾਨੂੰ ਪੁੱਛਣ ਕਿ ਬੰਗਾਲ ਦਾ ਆਖਰੀ ਗਵਰਨਰ ਕੌਣ ਸੀਗਾ, ਬੰਗਾਲ ਦਾ ਆਖਰੀ ਗਵਰਨਰ, ਲਾਸਟ ਗਵਰਨਰ ਆਫ ਬੰਗਾਲ ਕੌਣ ਸੀਗਾ? ਉਹ ਸੀਗਾ ਵਾਰਨ ਹਾਸਟਿੰਗਸ। ਕੀ ਸੀਗਾ? ਵਾਰਨ ਹਾਸਟਿੰਗ। ਤੇ ਜੇ ਪੁੱਛਦੇ ਤੁਹਾਨੂੰ ਕਿ ਦੱਸੋ ਪਹਿਲਾ ਗਵਰਨਰ ਜਨਰਲ ਆਫ ਬੰਗਾਲ ਕੌਣ ਸੀ? ਠੀਕ ਹੈ, ਗਵਰਨਰ ਜਨਰਲ ਆਫ ਬੰਗਾਲ ਪਹਿਲਾ ਕੌਣ ਸੀ? ਤੇ ਉਸ ਕੁਐਸਚਨ ਦਾ ਰਾਈਟ ਆਂਸਰ ਫਿਰ ਕੀ ਹੋ ਜਾਏਗਾ? ਸੇਮ, ਵਾਰਨ ਹਾਸਟਿੰਗ। ਮਤਲਬ ਇਹੀ ਜਿਹੜਾ ਬੰਦਾ ਸੀਗਾ ਉਹੀ ਸੀਗਾ ਆਪਣਾ ਲਾਸਟ ਗਵਰਨਰ ਆਫ ਬੰਗਾਲ। ਲਾਸਟ ਗਵਰਨਰ ਆਫ ਬੰਗਾਲ ਵੀ ਇਹੀ ਸੀਗਾ, ਤੇ ਇਸ ਤੋਂ ਇਲਾਵਾ ਫਸਟ ਗਵਰਨਰ ਜਨਰਲ ਆਫ ਬੰਗਾਲ ਵੀ ਇਹੀ ਸੀਗਾ, ਵਾਰਨ ਹਾਸਟਿੰਗਸ। ਠੀਕ ਹੈ। ਤੇ ਇਸ ਤੋਂ ਇਲਾਵਾ ਇੰਡੀਆ 'ਚ ਸੁਪਰੀਮ ਕੋਰਟ ਕਦੋਂ ਬਣੀ ਸੀ ਸਭ ਤੋਂ ਪਹਿਲੀ ਵਾਰੀ? ਇੰਡੀਆ 'ਚ ਸੁਪਰੀਮ ਕੋਰਟ ਬਣੀ ਸੀ ਸਭ ਤੋਂ ਪਹਿਲੀ ਵਾਰੀ 1774। ਉਹ ਵੀ ਕਿਸ ਐਕਟ ਦੇ ਥਰੂ ਬਣੀ ਸੀ? ਰੈਗੂਲੇਟਿੰਗ ਐਕਟ ਆਫ 1773 ਦੇ ਥਰੂ ਹੀ ਬਣੀ ਸੀ। ਠੀਕ ਹੈ। ਤੇ ਇਸ ਤੋਂ ਬਾਅਦ ਜੇ ਮੈਂ ਹੋਰ ਇੱਥੇ ਗੱਲ ਕਰਾਂ, ਸੀ ਆਪਸ਼ਨ ਦੇਖੋ ਕੀ ਲਿਖਿਆ ਹੋਇਆ? ਚਾਰਟਰ ਐਕਟ ਆਫ 1833। ਹੁਣ ਜੇ ਇਸ ਐਕਟ 'ਚ ਆਪਾਂ ਇੰਪੋਰਟੈਂਟ ਗੱਲ ਦੇਖੀਏ ਤਾਂ ਇਹਦੇ 'ਚ ਕੀ ਹੋਇਆ ਸੀ? ਜਿਹੜਾ ਗਵਰਨਰ ਜਨਰਲ ਆਫ ਬੰਗਾਲ ਸੀ ਉਹਨੂੰ ਕੀ ਕਿਹਾ ਜਾਣ ਲੱਗ ਗਿਆ? ਗਵਰਨਰ ਜਨਰਲ ਆਫ ਇੰਡੀਆ। ਹੁਣ ਇੱਥੇ ਫਿਰ ਇੱਕ ਕੁਐਸਚਨ ਬਣ ਗਿਆ, ਲਾਸਟ ਗਵਰਨਰ ਜਨਰਲ ਆਫ ਬੰਗਾਲ ਕਹਿ ਲਓ ਜਾਂ ਕੀ ਕਹਿ ਲਓ, ਫਸਟ ਗਵਰਨਰ ਜਨਰਲ ਆਫ ਇੰਡੀਆ। ਜੋ ਮਰਜ਼ੀ ਕੁਐਸਚਨ ਆ ਜਾਵੇ, ਆਨਸਰ ਇੱਕੋ ਹੀ ਰਹੂਗਾ। ਆਪਣਾ ਆਨਸਰ ਕੀ ਹੋਊਗਾ? ਵਿਲੀਅਮ ਬੈਂਟਿੰਕ। ਕੀ ਆਨਸਰ ਹੋਊਗਾ? ਵਿਲੀਅਮ ਬੈਂਟਿੰਕ। ਠੀਕ ਹੈ। ਇਹ ਸੀਗਾ ਆਪਣਾ ਕੁਐਸਚਨ। ਮੂਵ ਕਰਦੇ ਹਾਂ ਅਗਲੇ ਕੁਐਸਚਨ ਤੇ। ਹੂ ਕੋਇਨਡ ਦ ਟਰਮ ਆਰਟੀਫਿਸ਼ੀਅਲ ਇੰਟੈਲੀਜੈਂਸ। ਆਰਟੀਫਿਸ਼ੀਅਲ ਇੰਟੈਲੀਜੈਂਸ ਪਹਿਲੀ ਗੱਲ ਤਾਂ ਸਮਝੋ ਹੁੰਦਾ ਕੀ ਹੈ ਯਾਰ। ਦੇਖੋ ਆਰਟੀਫਿਸ਼ੀਅਲ ਇੰਟੈਲੀਜੈਂਸ ਹੁੰਦਾ ਜਦੋਂ ਆਪਣਾ ਜਿਹੜਾ ਹਿਊਮਨ ਬ੍ਰੇਨ ਹੈ, ਜਾਂ ਇਹ ਕਹਿ ਲਓ ਜਿਹੜਾ ਆਪਣਾ ਕੰਪਿਊਟਰ ਹੈ, ਉਹ ਬਿਲਕੁਲ ਕਿਵੇਂ ਸੋਚੂਗਾ? ਇੱਕ ਇਨਸਾਨ ਦੇ ਦਿਮਾਗ ਵਰਗਾ ਸੋਚੂਗਾ। ਠੀਕ ਹੈ। ਮਤਲਬ ਤੁਸੀਂ ਕਹਿ ਲਓ ਕਿ ਬਹੁਤ ਤਰੀਕੇ ਦੀ ਕਮਾਂਡਸ, ਜੋ ਵੀ ਪੋਸੀਬਲ ਕਮਾਂਡਸ ਹੋ ਸਕਦੀਆਂ ਤੁਸੀਂ ਕੰਪਿਊਟਰ 'ਚ ਆਲਰੇਡੀ ਫਿੱਟ ਕਰਤੀਆਂ। ਤੇ ਜਦੋਂ ਕੰਪਿਊਟਰ ਦੇ ਸਾਹਮਣੇ ਕੋਈ ਇੱਦਾਂ ਦੀ ਸਿਚੁਏਸ਼ਨ ਆਵੇ, ਉਹ ਉਸ ਦੇ ਅਕੋਰਡਿੰਗ ਤੁਹਾਨੂੰ ਆਪਣਾ ਰਿਸਪੌਂਸ ਦੇ ਦੂਗਾ ਜਾਂ ਜਵਾਬ ਦੇ ਦੂਗਾ। ਲਾਈਕ ਫੋਰ ਐਗਜ਼ਾਮਪਲ, ਤੁਸੀਂ ਕਿਤੇ ਜਾਂਦੇ ਹੋ, ਆਟੋਮੈਟਿਕਲੀ ਗੇਟ ਖੁੱਲ੍ਹ ਜਾਂਦਾ ਹੈ, ਉਸ ਚੀਜ਼ ਨੂੰ ਕੀ ਕਹੋਗੇ ਤੁਸੀਂ? ਦੈਟ ਵਿਲ ਬੀ ਕਾਲਡ ਐਜ਼ ਆਰਟੀਫਿਸ਼ੀਅਲ ਇੰਟੈਲੀਜੈਂਸ। ਤੇ ਜੇ ਆਪਾਂ ਗੱਲ ਕਰੀਏ ਕਿਹਨੇ ਕੋਇਨ ਕੀਤੀ ਸੀ ਇਹ ਟਰਮ, ਤਾਂ ਇਹ ਕੋਇਨ ਕੀਤੀ ਸੀ ਜੌਨ ਮੈਕਕਾਰਥੀ। ਇਹ ਉਹ ਪਰਸਨ ਸੀਗੇ ਜਿਨ੍ਹਾਂ ਨੇ ਇਹ ਟਰਮ ਕੋਇਨ ਕੀਤੀ ਸੀ, ਆਰਟੀਫਿਸ਼ੀਅਲ ਇੰਟੈਲੀਜੈਂਸ। ਕਲੀਅਰ? ਓਕੇ। ਅਗਲਾ ਕੁਐਸਚਨ, ਐਜ਼ ਪਰ ਦ ਕਨਸਟੀਟਿਊਸ਼ਨ ਆਫ ਇੰਡੀਆ every person who is arrested and detained in custody shall be produced before the nearest magistrate within a period of how many hours? Such arrest excluding the time necessary for the journey from the place of arrest to the court of the magistrate। ਕੁਐਸਚਨ ਸਾਰਾ ਮੈਂ ਪੜ੍ਹਤਾ, ਸ਼ਾਇਦ ਤੁਹਾਨੂੰ ਕੁਐਸਚਨ ਜਿਹੜਾ ਸਮਝ ਲੱਗਿਆ ਹੋਵੇ ਕਈਆਂ ਨੂੰ। ਦੇਖੋ ਸਿੱਧੀ ਗੱਲ ਹੈ, ਮੰਨ ਲਓ ਪੁਲਿਸ ਕਿਸੇ ਨੂੰ ਅਰੈਸਟ ਕਰਕੇ ਲੈ ਕੇ ਜਾਊਗੀ
ਤੇ ਕਿੰਨੇ ਟਾਈਮ ਦੇ ਵਿੱਚ ਉਹਨਾਂ ਨੂੰ ਜਿਹੜਾ ਜੱਜ ਹੋਊਗਾ ਉਹਦੇ ਸਾਹਮਣੇ ਉਸ ਬੰਦੇ ਨੂੰ ਪੇਸ਼ ਕਰਨਾ ਹੋਊਗਾ, ਇਹ ਸਾਨੂੰ ਪੁੱਛਿਆ ਗਿਆ। ਤੇ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ? ਆਪਸ਼ਨ ਸੀ, ਦੈਟ ਇਜ਼ 24। ਤੇ ਦੇਖੋ ਹੁਣ ਆਪਣੇ ਕਨਸਟੀਟਿਊਸ਼ਨ 'ਚ ਇੱਕ ਆਰਟੀਕਲ ਹੁੰਦਾ ਹੈ, ਆਰਟੀਕਲ ਨੰਬਰ 22, ਇੱਕ ਜੋ ਕਿ ਫੰਡਾਮੈਂਟਲ ਰਾਈਟ ਦੀ ਕੈਟੇਗਰੀ 'ਚ ਆ ਜਾਂਦਾ ਹੈ ਨਾ। ਤੇ ਆਰਟੀਕਲ 22 ਕੀ ਕਹਿੰਦਾ ਹੈ? ਜੇ ਪੁਲਿਸ ਕਿਸ ਨੂੰ ਅਰੈਸਟ ਕਰ ਰਹੀ ਹੈ ਤਾਂ ਪਹਿਲੀ ਗੱਲ ਤਾਂ ਰੀਜ਼ਨ ਦੱਸੂਗੀ ਕਿਉਂ ਅਰੈਸਟ ਕਰ ਰਹੀ ਹੈ, ਤੇ ਅਰੈਸਟ ਕਰਨ ਤੋਂ ਬਾਅਦ 24 ਘੰਟੇ ਦੇ ਅੰਦਰ ਅੰਦਰ ਉਹਨੂੰ ਕਿੱਥੇ ਪੇਸ਼ ਕਰਨਾ ਪਊਗਾ? ਨੀਅਰੈਸਟ ਜਿਹੜਾ ਜੱਜ ਹੋਊਗਾ ਉਹਦੇ ਸਾਹਮਣੇ ਪੇਸ਼ ਕਰਨਾ ਪਊਗਾ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਪਰ ਇੱਕ ਗੱਲ ਹੋਰ ਯਾਦ ਰੱਖ ਲਿਓ, ਜਦੋਂ ਤੁਸੀਂ 24 ਘੰਟੇ ਦੀ ਗੱਲ ਕਰ ਰਹੇ ਹੋ ਨਾ, 24 ਘੰਟੇ ਦੇ ਅੰਦਰ ਅੰਦਰ ਲੈ ਕੇ ਜਾਣਾ, ਤਾਂ 24 ਘੰਟੇ 'ਚ ਜਿਹੜਾ ਟ੍ਰੈਫਿਕ ਵਾਲਾ ਟਾਈਮ ਹੋਊਗਾ ਉਹਨੂੰ ਇੰਕਲੂਡ ਨਹੀਂ ਕਰੀਦਾ, ਉਹਨੂੰ ਇੰਕਲੂਡ ਨਹੀਂ ਕਰੀਦਾ। ਤੇ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ? ਸੀ ਆਪਸ਼ਨ 24। Who among the following was the president of the Muslim League in the year 1930? ਮੁਸਲਿਮ ਲੀਗ ਆਪਾਂ ਸਾਰੇ ਜਾਣਦੇ ਹਾਂ, ਜੇ ਇੰਡੀਆ ਦੀ ਪਾਰਟੀਸ਼ਨ ਹੋਈ ਹੈ, ਪਾਕਿਸਤਾਨ ਬਣਿਆ, ਤੇ ਉਹਦੇ 'ਚ ਇੱਕ ਬਹੁਤ ਤੁਸੀਂ ਕਹਿ ਸਕਦੇ ਹੋ ਰੋਲ ਜਿਹੜਾ ਸੀਗਾ ਇੰਪੋਰਟੈਂਟ ਰੋਲ, ਉਹ ਕਿਹਦਾ ਸੀਗਾ? ਆਹ ਪਾਰਟੀ ਜਿਹੜੀ ਮੁਸਲਿਮ ਲੀਗ ਹੈ। ਤੇ ਇਹ ਸਾਨੂੰ ਪੁੱਛ ਰਹੇ 1930 'ਚ ਮੁਸਲਿਮ ਲੀਗ ਦਾ ਪ੍ਰੈਜ਼ੀਡੈਂਟ ਕੌਣ ਸੀ? ਮੁਸਲਿਮ ਲੀਗ ਦਾ ਪ੍ਰੈਜ਼ੀਡੈਂਟ ਉਹ ਬੰਦਾ ਸੀ ਜਿਹਨੇ ਪਾਕਿਸਤਾਨ ਦਾ ਆਈਡੀਆ ਦਿੱਤਾ ਸੀ ਸਭ ਤੋਂ ਪਹਿਲੀ ਵਾਰੀ। ਤੇ ਪਾਕਿਸਤਾਨ ਦਾ ਆਈਡੀਆ ਸਭ ਤੋਂ ਪਹਿਲੀ ਵਾਰੀ ਕਿਹਨੇ ਦਿੱਤਾ ਸੀ? ਇਹ ਦਿੱਤਾ ਸੀ ਸਰ ਮੁਹੰਮਦ ਇਕਬਾਲ। ਤੇ ਇਸ ਕੁਐਸਚਨ ਦਾ ਰਾਈਟ ਆਨਸਰ ਵੀ ਕੀ ਹੈ? ਸੀ ਆਪਸ਼ਨ ਮੁਹੰਮਦ ਇਕਬਾਲ। ਠੀਕ ਹੈ, ਤੇ ਜੇ ਆਪਾਂ ਮੁਸਲਿਮ ਲੀਗ ਦੀ ਗੱਲ ਕਰੀਏ, ਇਹ ਕਦੋਂ ਬਣੀ ਸੀ? 1906 'ਚ ਬਣੀ ਸੀ। ਕਿੱਥੇ? ਢਾਕਾ 'ਚ ਬਣੀ ਸੀ ਇਹ 1906 'ਚ। ਤੇ ਜੇ ਸਾਨੂੰ ਪੁੱਛਦੇ ਕਿ ਇਹਦਾ ਪਹਿਲਾ ਸੈਸ਼ਨ ਕਦੋਂ ਹੋਇਆ ਸੀ, ਤੇ ਉਹ ਹੋਇਆ ਸੀ 1908 'ਚ। ਪਹਿਲੀ ਵਾਰੀ ਸੈਸ਼ਨ ਹੋਇਆ ਸੀ, ਤੇ ਪਹਿਲੇ ਸੈਸ਼ਨ 'ਚ ਪ੍ਰੈਜ਼ੀਡੈਂਟ ਕੌਣ ਸੀਗੇ? ਆਗਾ ਖਾਨ। ਇਹ ਗੱਲ ਤੁਸੀਂ ਯਾਦ ਰੱਖਣੀ, ਆਗਾ ਖਾਨ ਪਹਿਲੇ ਪ੍ਰੈਜ਼ੀਡੈਂਟ ਸੀਗੇ। ਠੀਕ ਹੈ, ਇਜ਼ ਇਟ ਕਲੀਅਰ? ਓਕੇ, ਆ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਬੰਦੇ ਮੁਸਲਿਮ ਲੀਗ ਨੂੰ ਬਿਲੋਂਗ ਕਰਦੇ ਆ। ਮੈਚ ਲਿਸਟ 1 ਲਿਸਟ 2, ਹੁਣ ਦੇਖੋ ਇਹ ਮੈਚ ਦਾ ਫੋਲੋਇੰਗ ਵਾਲਾ ਕੁਐਸਚਨ ਆ ਗਿਆ। ਸਾਨੂੰ ਲੈਫਟ ਸਾਈਡ ਤੇ ਦਿੱਤਾ ਹੋਇਆ ਕਿ ਇਵੈਂਟ, ਲੈਫਟ ਸਾਈਡ ਤੇ ਇਵੈਂਟ ਦਿੱਤੇ ਹੋਏ, ਰਾਈਟ ਸਾਈਡ ਤੇ ਪੁੱਛਿਆ ਹੋਇਆ ਕਿ ਇਹ ਇਵੈਂਟ ਦੇ ਟਾਈਮ 'ਚ ਇੰਡੀਆ 'ਚ ਵਾਇਸਰॉय ਵਗੈਰਾ ਕੌਣ ਸੀਗਾ। ਹੁਣ ਦੇਖੋ ਸਭ ਤੋਂ ਪਹਿਲੇ ਇੱਥੇ ਆ ਗਿਆ ਰੌਲਟ ਐਕਟ। ਰੌਲਟ ਐਕਟ ਤੋਂ ਬਾਅਦ ਕੀ ਹੋਇਆ ਸੀ? ਰੌਲਟ ਐਕਟ ਜਦੋਂ ਇੰਡੀਆ 'ਚ ਲਾਗੂ ਹੋ ਗਿਆ ਸੀ, ਇਸ ਤੋਂ ਬਾਅਦ ਹੋਇਆ ਸੀ ਜਲਿਆਂਵਾਲਾ ਬਾਗ ਮੈਸੇਕਰ। ਤੇ ਜਲਿਆਂਵਾਲਾ ਬਾਗ ਮੈਸੇਕਰ ਦੇ ਦੌਰਾਨ ਜਿਹੜਾ ਇੰਡੀਆ 'ਚ ਵਾਇਸਰॉय ਸੀਗਾ ਉਹ ਕੌਣ ਸੀਗਾ? ਲਾਰਡ ਚੈਮਸਫੋਰਡ। ਚਲੋ ਏ ਦਾ ਹੋ ਗਿਆ 2। ਹੁਣ ਜੇ ਤੁਸੀਂ ਆਪਸ਼ਨ 'ਚ ਦੇਖੋ ਨਾ, A B C D ਚਾਰੋਂ ਆਪਸ਼ਨ ਦੇਖ ਲਓ, B ਆਪਸ਼ਨ ਨੂੰ ਧਿਆਨ ਨਾਲ ਦੇਖੋ, ਇਹਦੇ 'ਚ A ਦਾ ਆਨਸਰ ਕੀ ਹੈ? 2। ਤੇ ਅਸੀਂ ਵੀ ਕੀ ਕੀਤਾ? A ਦਾ 2। ਹੋਰ ਕਿਸੇ ਵੀ ਆਪਸ਼ਨ 'ਚ A ਦਾ 2 ਹੈ ਹੀ ਨਹੀਂ, ਸਿਰਫ ਇਸ ਆਪਸ਼ਨ 'ਚ ਹੈ A ਦਾ 2। ਮਤਲਬ ਅਸੀਂ ਬਾਕੀ ਆਪਸ਼ਨ ਨਾ ਵੀ ਦੇਖੀਏ ਨਾ, ਫਿਰ ਵੀ ਆਪਣਾ ਕੁਐਸਚਨ ਦਾ ਆਨਸਰ ਕੀ ਹੋ ਜਾਊਗਾ? B ਆਪਸ਼ਨ। ਸਮਝੇ ਕਿ ਨਹੀਂ ਸਮਝੇ? ਮਤਲਬ ਐਗਜ਼ਾਮ 'ਚ ਨਾ ਆਪਾਂ ਯਾਰ ਸਿਰਫ ਇਹ ਨਹੀਂ ਕਿ ਪੜ੍ਹੀ ਜਾਣਾ, ਹਾਰਡ ਵਰਕ ਕਰੀ ਜਾਣਾ, ਅਸੀਂ ਸਮਾਰਟ ਵਰਕ ਵੀ ਕਰਨਾ ਥੋੜਾ, ਤਾਂ ਕਿ ਸਾਡਾ ਟਾਈਮ ਬਚੇ ਤੇ ਸਾਨੂੰ ਆਨਸਰ ਵੀ ਐਗਜ਼ੈਕਟ ਮਿਲੇ। ਠੀਕ ਹੈ, ਤੇ ਫਸਟ ਦਾ ਹੋ ਗਿਆ ਸੈਕਿੰਡ। ਤੇ ਮੋਪੂਲਰ ਰਿਬੇਲੀਅਨ ਇਹ ਹੋਇਆ ਸੀ 1921 'ਚ। ਮੋਪੂਲਰ ਰਿਬੇਲੀਅਨ ਹੋਇਆ ਸੀ 1921 'ਚ। ਤੇ ਇਹ ਕਿਹਦੇ ਟਾਈਮ ਤੇ ਹੋਇਆ ਸੀ? ਇਹ ਹੋਇਆ ਸੀ ਲਾਰਡ ਰੀਡਿੰਗ ਦੇ ਟਾਈਮ ਤੇ। ਲਾਹੌਰ ਸੈਸ਼ਨ, ਕਾਂਗਰਸ ਪਾਰਟੀ ਦਾ ਲਾਹੌਰ ਸੈਸ਼ਨ, ਜਿਸ 'ਚ ਪਹਿਲੀ ਵਾਰੀ ਕਾਂਗਰਸ ਨੇ ਟੋਟਲ ਇੰਡੀਪੈਂਡੈਂਸ ਦੀ ਡਿਮਾਂਡ ਕੀਤੀ ਸੀ, ਇਹ ਹੋਇਆ ਸੀ ਲਾਰਡ ਇਰਵਿਨ ਦੇ ਟਾਈਮ ਤੇ। ਠੀਕ ਹੈ, ਸੀ ਦਾ 4। ਤੇ ਬਚਿਆ ਰਿਵੋਲਟ ਆਫ 1857, ਇਹ ਤਾਂ ਆਪਾਂ ਨੂੰ ਪਤਾ ਹੀ ਹੈ ਇਹ ਕਿਹਦੇ ਟਾਈਮ ਤੇ ਹੋਇਆ ਸੀ। ਅੱਛਾ, ਇਹ ਥੋੜੀ ਗਲਤੀ ਹੋ ਗਈ, ਇੱਥੇ ਆ ਗਿਆ ਲਾਹੌਰ ਕੈਨਿੰਗ, ਹੈ ਨਾ, ਇੱਥੇ ਲਾਰਡ ਕੈਨਿੰਗ ਆਉਣਾ ਸੀ, ਥੋੜੀ ਮੇਰੇ ਤੋਂ ਗਲਤੀ ਹੋ ਗਈ, ਤੁਸੀਂ ਥੋੜਾ ਜਿਹਾ ਐਡਜਸਟ ਕਰ ਲਓ। ਠੀਕ ਹੈ, ਓਕੇ, ਤਾਂ B ਹੋ ਗਿਆ ਇਸ ਕੁਐਸਚਨ ਦਾ ਰਾਈਟ ਆਨਸਰ। ਆਰਟੀਕਲ ਡੈਸ਼ ਆਫ ਦ ਕਨਸਟੀਟਿਊਸ਼ਨ, ਯੂਨੀਫਾਰਮ ਸਿਵਲ ਕੋਡ, ਇਹਦੀ ਅੱਜ ਕੱਲ੍ਹ ਬਹੁਤ ਆਪਣੀ ਇੰਡੀਆ 'ਚ ਗੱਲ ਚੱਲਦੀ ਪਈ ਹੈ। ਗੁਜਰਾਤ 'ਚ ਇਲੈਕਸ਼ਨ ਹੋ ਰਹੇ ਹੈ ਨਾ, ਉੱਥੇ ਵੀ ਗੱਲ ਚੱਲਦੀ ਪਈ ਹੈ ਕਿ ਯੂਨੀਫਾਰਮ ਸਿਵਲ ਕੋਡ ਲੈ ਕੇ ਆਊਗੀ ਸਰਕਾਰ। BJP ਇਸ ਗੱਲ ਦੀ ਇਸ ਬਾਰੇ ਗੱਲ ਕਰਦੀ ਹੈ। ਤੇ ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ D ਆਪਸ਼ਨ, ਆਰਟੀਕਲ ਨੰਬਰ 44। ਹੁੰਦਾ ਕੀ ਯੂਨੀਫਾਰਮ ਸਿਵਲ ਕੋਡ? ਯਾਨੀ ਕਿ ਇਨਸਾਨ ਦਾ ਧਰਮ ਜੋ ਵੀ ਹੋਵੇ ਸਾਰਿਆਂ ਲਈ ਲਾਅ ਇੱਕੋ ਹੀ ਹੋਊਗਾ, ਹੈ ਨਾ। ਫੋਰ ਐਗਜ਼ਾਮਪਲ ਮੈਰਿਜ ਲਾਅ, ਹਿੰਦੂਆਂ ਦਾ ਮੈਰਿਜ ਲਾਅ ਅਲੱਗ ਹੈ, ਮੁਸਲਮਾਨਾਂ ਦਾ ਮੈਰਿਜ ਲਾਅ ਅਲੱਗ ਹੈ, ਮਤਲਬ ਮੈਰਿਜ ਲਾਅ ਇੱਕੋ ਹੀ ਹੋ ਜਾਊਗਾ ਨਾ, ਤਾਂ ਤੁਸੀਂ ਕਹੋਗੇ ਇਟ ਇਜ਼ ਆਲਸੋ ਯੂਨੀਫਾਰਮ ਸਿਵਲ ਕੋਡ। ਤੇ ਇੱਕ ਕੁਐਸਚਨ ਆਉਂਦਾ ਕਿ ਸਭ ਤੋਂ ਪਹਿਲੀ ਵਾਰੀ ਯੂਨੀਫਾਰਮ ਸਿਵਲ ਕੋਡ ਬਾਰੇ ਸੁਪਰੀਮ ਕੋਰਟ ਨੇ ਜੋ ਹੈ ਕਿਹੜੇ ਕੇਸ 'ਚ ਇਹਦੇ ਬਾਰੇ ਗੱਲ ਕੀਤੀ ਸੀ? ਤੇ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ? ਸ਼ਾਹ ਬਾਨੋ ਕੇਸ। ਕਿਹੜਾ ਕੇਸ? ਸ਼ਾਹ ਬਾਨੋ ਕੇਸ। ਤੁਹਾਨੂੰ ਇਸ ਕੇਸ ਬਾਰੇ ਮੇਰੇ YouTube ਚੈਨਲ ਤੇ ਵੀਡੀਓ ਮਿਲ ਜੂਗੀ, ਤੁਸੀਂ ਦੇਖ ਸਕਦੇ ਹੋ। ਮੈਂ ਵੀਡੀਓ ਦਾ ਲਿੰਕ ਵੀ ਪਾ ਦੂੰਗਾ ਡਿਸਕ੍ਰਿਪਸ਼ਨ 'ਚ, ਤੁਸੀਂ ਉਹਨੂੰ ਵੀ ਦੇਖ ਸਕਦੇ ਹੋ। ਠੀਕ ਹੈ, ਓਕੇ। The concept of vicious circle of poverty is related to what?
ਵਿਸ਼ਿਅਸ ਸਰਕਲ ਆਫ ਪੋਵਰਟੀ। ਇਹਦਾ ਹੁਣ ਮਤਲਬ ਪਤਾ ਕੀ ਹੋ ਜਾਊਗਾ? ਵਿਸ਼ਿਅਸ ਸਰਕਲ ਦਾ ਮਤਲਬ ਪਹਿਲੇ ਮਤਲਬ ਸਮਝੋ ਕੀ ਹੋਊਗਾ। ਮੰਨ ਲਓ ਮਾਰਕੀਟ 'ਚ ਡਿਮਾਂਡ ਘਟ ਗਈ, ਮਾਰਕੀਟ 'ਚ ਕੀ ਹੋਇਆ? ਡਿਮਾਂਡ ਘਟ ਗਈ। ਤੇ ਜੇ ਡਿਮਾਂਡ ਘਟ ਗਈ ਤੇ ਜਿਹੜਾ ਬੰਦਾ ਸਪਲਾਈ ਕਰ ਰਿਹਾ ਉਹ ਸਪਲਾਈ ਜ਼ਿਆਦਾ ਕਰੂਗਾ ਕਿ ਘੱਟ ਕਰੂਗਾ? ਉਹ ਸਪਲਾਈ ਕਰੂਗਾ ਘੱਟ। ਸਪਲਾਈ ਘੱਟ ਕਰੂਗਾ ਤੇ ਓਬਵੀਅਸਲੀ ਗੱਲ ਹੈ ਉਹ ਉੱਥੇ ਉਹਦੀ ਫੈਕਟਰੀ 'ਚ ਜਿੱਥੇ ਉਹਨੇ ਪਹਿਲਾਂ ਪੰਜ ਬੰਦੇ ਨੂੰ ਹੈ ਨਾ ਨੌਕਰੀ ਦਿੱਤੀ ਹੋਈ ਸੀ, ਉਹ 5 ਦੀ ਜਗ੍ਹਾ 4 ਨੂੰ ਦੇਊਗਾ। ਸਪਲਾਈ ਘਟੂਗੀ ਤਾਂ ਕੀ ਵਧੂਗਾ? ਅਨਇੰਪਲੋਇਮੈਂਟ ਵਧੂਗੀ। ਕੀ ਵਧੂਗੀ? ਅਨਇੰਪਲੋਇਮੈਂਟ ਵਧੂਗੀ। ਅਨਇੰਪਲੋਇਮੈਂਟ ਵਧੂਗੀ ਤਾਂ ਓਬਵੀਅਸਲੀ ਗੱਲ ਡਿਮਾਂਡ ਫਿਰ ਤੋਂ ਘਟੂਗੀ, ਹੈ ਨਾ। ਡਿਮਾਂਡ ਘਟੂਗੀ ਤੇ ਓਬਵੀਅਸਲੀ ਗੱਲ ਹੈ ਚੀਜ਼ ਦਾ ਪ੍ਰਾਈਸ ਘਟੂਗਾ। ਪ੍ਰਾਈਸ ਘਟੂਗਾ ਤਾਂ ਓਬਵੀਅਸਲੀ ਗੱਲ ਹੈ ਜਿਹੜਾ ਐਂਟਰਪ੍ਰੈਨਿਓਰ ਹੋਊਗਾ ਉਹ ਇੰਨਾ ਇੰਸਪਾਇਰ ਨਹੀਂ ਹੋਊਗਾ ਕਿ ਉਹ ਹੋਰ ਬਿਜ਼ਨਸ ਨੂੰ ਗਰੋ ਕਰੇ, ਤਾਂ ਹੋਰ ਲੋਕਾਂ ਨੂੰ ਕੱਢੂਗਾ ਸਗੋਂ ਨੌਕਰੀ ਤੋਂ। ਤੇ ਇਹਨੂੰ ਆਪਾਂ ਕਹਿ ਦਿੰਦੇ ਇੱਕ ਵਿਸ਼ੀਅਸ ਸਾਈਕਲ ਇਕੋਨਮੀ 'ਚ, ਜਿੱਤੋਂ ਬਾਹਰ ਨਿਕਲਣਾ ਇਟ ਇਜ਼ ਵੈਰੀ ਡਿਫਿਕਲਟ ਟੂ ਕਮ ਆਊਟ ਆਫ ਦਿਸ ਵਿਸ਼ੀਅਸ ਸਰਕਲ। ਮੈਂ ਦੁਬਾਰਾ ਬੋਲਦਾ, ਸੁਣ ਲਓ। ਮੰਨ ਲਓ ਇੱਕ ਚੀਜ਼ ਦੀ ਸਪਲਾਈ ਘਟੀ, ਹੈ ਨਾ, ਇੱਕ ਚੀਜ਼ ਦੀ ਡਿਮਾਂਡ ਘਟੀ ਤਾਂ ਸਪਲਾਈ ਘਟਾਉਣੀ ਪਊਗੀ। ਸਪਲਾਈ ਘਟੂਗੀ ਤਾਂ ਅਨਇੰਪਲੋਇਮੈਂਟ ਵਧੂਗੀ। ਅਨਇੰਪਲੋਇਮੈਂਟ ਵਧੂਗੀ ਤਾਂ ਲੋਕਾਂ ਦੀ ਜੇਬ 'ਚ ਪੈਸਾ ਘੱਟ ਆਊਗਾ, ਮਾਰਕੀਟ 'ਚ ਮਨੀ ਸਰਕੂਲੇਸ਼ਨ ਘਟੂਗੀ। ਉਹ ਘਟੂਗੀ ਫਿਰ ਡਿਮਾਂਡ ਘਟੂਗੀ, ਪ੍ਰਾਈਸ ਹੋਰ ਘਟੂਗਾ। ਪ੍ਰਾਈਸ ਘਟੂਗਾ ਤਾਂ ਓਬਵੀਅਸਲੀ ਗੱਲ ਹੈ ਐਂਟਰਪ੍ਰੈਨਿਓਰ ਜਿਹੜਾ ਬੰਦਾ ਹੋਊਗਾ, ਜਿਹੜਾ ਬਿਜ਼ਨਸਮੈਨ ਦਾ ਆਈਡੀਆ ਹੈ, ਉਹਦੇ ਕੋਲ ਪੈਸਾ ਘੱਟ ਜਾਊਗਾ ਤੇ ਉਹ ਆਪਣੇ ਬਿਜ਼ਨਸ ਨੂੰ ਐਕਸਪੈਂਡ ਨਹੀਂ ਕਰੂਗਾ। ਐਕਸਪੈਂਡ ਨੂੰ ਛੱਡੋ, ਉਹ ਸਗੋਂ ਹੋਰ ਲੋਕਾਂ ਨੂੰ ਨੌਕਰੀ ਤੋਂ ਕੱਢੂਗਾ। ਤੇ ਇਸ ਤਰੀਕੇ ਦਾ ਇਹ ਸਾਈਕਲ ਕੰਟੀਨਿਊ ਹੋਈ ਜਾਊਗਾ। ਤੇ ਇਹਨੂੰ ਆਪਾਂ ਕਹਿ ਦਿੰਦੇ ਇੱਕ ਵਿਸ਼ੀਅਸ ਸਰਕਲ। ਠੀਕ ਹੈ। ਜੇ ਨਹੀਂ ਸਮਝ ਲੱਗਿਆ ਇੱਕ ਵਾਰੀ ਬੈਕ ਜਾ ਕੇ ਦੁਬਾਰਾ ਸੁਣਿਓ, ਲੱਗ ਜਾਊਗਾ ਸਮਝ। ਤੇ ਇਸ ਕੁਐਸਚਨ ਦਾ ਜੇ ਮੈਂ ਦੇਖਾਂ ਰਾਈਟ ਆਨਸਰ ਕੀ ਹੈ, ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਰੈਗਨਾਰ ਨੋਕਸ। ਤੇ ਸੀ ਆਪਸ਼ਨ ਹੋ ਜਾਊਗਾ ਰਾਈਟ ਆਨਸਰ, ਰੈਗਨਾਰ ਨੋਕਸ। ਠੀਕ ਹੈ, ਸੀ ਆਪਸ਼ਨ। ਜੀਜੀਆ ਇਜ਼ ਦਾ ਫੇਮਸ ਕਲਚਰਲ ਡਾਂਸ ਆਫ ਵਿਚ ਆਫ ਦਾ ਫੋਲੋਇੰਗ ਸਟੇਟਸ। ਜੀਜੀਆ ਇੱਕ ਕਲਚਰਲ ਡਾਂਸ ਹੈ ਨਾ, ਉਹਨਾਂ ਨੇ ਸਾਨੂੰ ਫੋਕ ਡਾਂਸ ਕਹਿ ਲਓ ਇੱਕ ਤਰੀਕੇ ਦਾ, ਫੋਕ ਡਾਂਸ ਬਾਰੇ ਗੱਲ ਹੋ ਰਹੀ ਹੈ ਇੱਥੇ। ਫੋਕ ਡਾਂਸਿਸ ਵੀ ਪੁੱਛ ਲੈਂਦੇ ਐਗਜ਼ਾਮ 'ਚ। ਤੇ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ? ਬਿਹਾਰ। ਆਹ ਦੇਖ ਸਕਦੇ ਹੋ ਤੁਸੀਂ, ਇਸ ਤਰੀਕੇ ਦਾ ਦਿਖਦਾ ਸਾਨੂੰ ਇਹ ਜੀਜੀਆ ਡਾਂਸ। ਠੀਕ ਹੈ, ਆਹ ਦੇਖੋ ਕੁੜੀਆਂ ਜੀਆਂ ਨਾ ਸਿਰ 'ਤੇ ਮਟਕੀ ਰੱਖ ਕੇ ਡਾਂਸ ਕਰਦੀ ਹੈ। ਓਕੇ, next question. The second equation of motion gives relation between position of the object and ਦੇਖ ਲਓ। ਆ ਹੋ ਗਿਆ ਆਪਣਾ ਸੈਕਿੰਡ ਇਕੁਏਸ਼ਨ ਆਫ ਮੋਸ਼ਨ। ਹੁਣ ਇਹਦੇ 'ਚ ਇੱਕ ਸੈਕਿੰਡ, ਇਹਦੇ 'ਚ ਦੇਖੋ S = ut + ½ AT²। ਸਾਨੂੰ ਪੁੱਛਿਆ ਕਿ ਉਹਨਾਂ ਨੇ ਪੋਜੀਸ਼ਨ ਆਫ ਦਾ ਆਬਜੈਕਟ। ਇਹ 'ਚ ਹੁਣ ਦੇਖੋ U ਮਤਲਬ ਕਿ ਵੈਲੋਸਿਟੀ, A ਮਤਲਬ ਐਕਸੀਲਰੇਸ਼ਨ, T ਮਤਲਬ ਟਾਈਮ। ਤਾਂ ਇਹਦਾ ਮਤਲਬ ਵੈਲੋਸਿਟੀ ਵੀ ਇਹ 'ਚ ਆ ਰਹੀ ਹੈ, ਐਕਸੀਲਰੇਸ਼ਨ ਵੀ ਆ ਰਹੀ ਹੈ, ਟਾਈਮ ਵੀ ਆ ਰਹੀ ਹੈ, ਤੇ ਤਿੰਨੋਂ ਆ ਰਹੀਆਂ ਨਾ। ਤੇ ਤਿੰਨੋਂ ਟਿਕ ਕਰੂੰਗੇ ਤਾਂ ਓਬਵੀਅਸਲੀ ਗੱਲ ਹੈ ਆਪਸ਼ਨ ਕਿਹੜੀ ਸਿਲੈਕਟ ਕਰੂੰਗੇ? ਡੀ ਆਪਸ਼ਨ ਸਿਲੈਕਟ ਕਰੂੰਗੇ, ਆਲ ਆਫ ਦਾ ਅਬਵ। ਠੀਕ ਹੈ, ਓਕੇ। ਆ ਇਕੁਏਸ਼ਨ ਹੈ, ਇਹਨੂੰ ਪੜ੍ਹ ਲਿਓ, ਯਾਦ ਕਰ ਲਿਓ, ਪੁੱਛ ਸਕਦੇ ਐਗਜ਼ਾਮ 'ਚ। ਵਿਚ ਆਫ ਦਾ ਫੋਲੋਇੰਗ ਮਾਊਂਟੇਨ ਰੇਂਜਸ ਇਜ਼ ਹੋਮ ਟੂ ਦਾ ਸੈਕਿੰਡ ਹਾਈਐਸਟ ਪੀਕ ਆਫ ਦਾ ਵਰਲਡ। ਪਹਿਲੀ ਗੱਲ ਤਾਂ ਆਪਾਂ ਨੂੰ ਦੇਖੋ ਇਹ ਤਾਂ ਪਤਾ ਹੀ ਹੈ ਨਾ, ਦੁਨੀਆ ਦੀ ਸਭ ਤੋਂ ਹਾਈਐਸਟ ਪੀਕ ਕਿਹੜੀ ਹੈ? ਮਾਊਂਟ ਐਵਰੈਸਟ। ਤੇ ਮਾਊਂਟ ਐਵਰੈਸਟ ਤੋਂ ਬਾਅਦ ਜੇ ਆਪਾਂ ਦੇਖੀਏ ਦੁਨੀਆ ਦੀ ਸੈਕਿੰਡ ਹਾਈਐਸਟ ਪੀਕ ਕਿਹੜੀ ਹੈ? ਉਹ ਹੈ ਮਾਊਂਟ K2, ਜਾਂ ਜਿਹਨੂੰ ਹੋਰ ਕੀ ਕਿਹਾ ਜਾਂਦਾ ਗੁਡਵਿਨ ਆਸਟਿਨ ਵੀ ਬੋਲਦੇ ਆ। ਤੇ ਇਹ ਕਿਸ ਮਾਊਂਟੇਨ ਰੇਂਜ ਦਾ ਪਾਰਟ ਹੈ? ਤੇ ਬਈ ਇਹ ਪਾਰਟ ਹੈਗਾ ਆਪਣਾ ਕਾਰਾਕੋਰਮ ਰੇਂਜ ਦਾ। ਕਿਹਦਾ ਪਾਰਟ ਹੈ? ਕਾਰਾਕੋਰਮ ਰੇਂਜ। ਠੀਕ ਹੈ, ਆ ਤੁਸੀਂ ਦੇਖ ਸਕਦੇ ਹੋ। ਕਿੱਥੇ ਗਿਆ ਇਹ ਵੀ? ਲੱਗਦਾ ਥੋੜੀ ਜਿੱਥੇ ਗੜਬੜੀ ਹੋ ਗਈ, ਜੋ ਆਪਾਂ ਚਾਹੁੰਦੇ ਸੀ ਉਹ ਆਇਆ ਨਹੀਂ। ਅੱਛਾ, ਆ ਗਿਆ, ਆ ਦੇਖੋ। ਠੀਕ ਹੈ, ਹੁਣ ਆ ਆਪਾਂ ਦੇਖੀਏ, ਆ ਹੈਗੇ ਇੱਥੇ ਆਪਣੇ ਇੰਡੀਆ ਦਾ ਮੈਪ ਹੋ ਗਿਆ। ਇਹ ਹੋ ਗਿਆ K2 ਮਤਲਬ ਮਾਊਂਟ K2। ਤੇ ਆ ਹੁਣ ਤੁਸੀਂ ਦੇਖ ਸਕਦੇ ਹੋ, ਆ ਜਿਹੜੀ ਰਾਈਟ ਸਾਈਡ 'ਤੇ ਇਮੇਜ ਹੈ, ਦਿਸ ਇਜ਼ ਮਾਊਂਟ K2। ਮੈਂ ਐਰੋ ਪਾ ਕੇ ਵੀ ਲਿਖਤਾ ਹੈ ਨਾ, ਮਾਊਂਟ K2। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖ ਲੈਣੀ ਹੈ, ਮਾਊਂਟ K2। ਠੀਕ ਹੈ, ਇਹ ਹੁਣ ਇੱਕ ਗੱਲ ਹੋਰ ਦੱਸਦਾ, ਇਹ ਮਾਊਂਟ K2 ਜੋ ਹੈ ਨਾ, ਇਹ POK 'ਚ ਆਉਂਦਾ, ਪਾਕਿਸਤਾਨ ਓਕੂਪਾਈਡ ਕਸ਼ਮੀਰ। ਜਿਹੜਾ ਆਪਦਾ ਕਸ਼ਮੀਰ ਹੈ, ਸਾਡਾ ਕਸ਼ਮੀਰ ਹੈ, ਉਹ ਜਿਹੜਾ ਪਾਕਿਸਤਾਨ ਵਾਲੀ ਸਾਈਡ ਨੇ ਇਲੀਗਲੀ ਓਕੂਪਾਈ ਕੀਤਾ ਹੋਇਆ ਨਾ, ਉਹਦੇ 'ਚ ਆਉਂਦਾ ਮਾਊਂਟ K2। ਠੀਕ ਹੈ, ਹੂ ਅਮੰਗ ਦਾ ਫੋਲੋਇੰਗ ਪੋਇਟਸ had composed ਪ੍ਰਯਾਗ ਪ੍ਰਸ਼ਾਸਤੀ in ਸੰਸਕ੍ਰਿਤ। ਪ੍ਰਯਾਗ ਪ੍ਰਸ਼ਾਸਤੀ in ਸੰਸਕ੍ਰਿਤ। ਇਸ ਕੁਐਸਚਨ ਦਾ ਰਾਈਟ ਆਨਸਰ ਹੈ A ਆਪਸ਼ਨ, ਹਰੀ ਸੈਨਾ। ਹਾਂ, ਐਕਸਟਰਾ ਇਨਫੋਰਮੇਸ਼ਨ ਮੈਂ ਲਿਖੀ ਹੋਈ ਹੈ, ਆਪਾਂ ਇੱਕ ਵਾਰੀ ਦੇਖ ਲੈਂਦੇ ਇਹਨੂੰ ਵੀ। ਪ੍ਰਯਾਗ ਪ੍ਰਸ਼ਾਸਤੀ ਇੱਥੇ ਮੈਂ ਦਿਖਾਇਆ ਸੀ ਨਾ ਤੁਹਾਨੂੰ, ਇਲਾਹਾਬਾਦ ਜਿਹੜਾ ਪਿੱਲਰ ਹੈ ਉਹਦੇ 'ਤੇ ਲਿਖੀ ਹੋਈ ਹੈ ਪ੍ਰਯਾਗ ਪ੍ਰਸ਼ਾਸਤੀ। ਕਿਹੜੀ ਭਾਸ਼ਾ 'ਚ? ਸੰਸਕ੍ਰਿਤ ਭਾਸ਼ਾ 'ਚ। ਹੁਣ ਕੀ ਲਿਖਿਆ ਇਹਨੇ ਕੰਪੋਜ਼ ਕਿਹਨੂੰ ਕੀਤਾ ਸੀ? ਪ੍ਰਯਾਗ ਪ੍ਰਸ਼ਾਸਤੀ ਨੂੰ ਕਿਹਨੇ ਕੰਪੋਜ਼ ਕੀਤਾ ਸੀ? ਹਰੀ ਸੈਨਾ। ਉਹ ਕਿਹਦਾ ਕੋਡ ਪੋਇਟ ਸੀਗਾ? ਇਹ ਵੀ ਪੁੱਛਦੇ ਐਗਜ਼ਾਮ 'ਚ। ਹਰੀ ਸੈਨਾ ਕੋਡ ਪੋਇਟ ਸੀਗਾ ਸਮੁਦਰ ਗੁਪਤ ਦਾ।
प्रयाग प्रशास्ति किहड़ी भाषा च लिखी हुई है? संस्कृत भाषा च, ठीक है। इट इज़ बेसिकली इट गिव्स अ डिटेल्ड अकाउंट ऑफ गुप्ता रूलर्स। ओरिजिनली एंगेव्ड ऑन द अशोकन पिलर इन कुशंबी नियर इलाहाबाद। उस तो बाद ये कित्थे ले आंदा सीगा? इलाहाबाद फोर्ट च आ गया सी, ठीक है। इंपॉर्टेंट इन्फॉर्मेशन है, जो पक्का क्वेश्चन आऊगा एग्जाम च, लिखा लो मेरे तो। टीनियार्ड पेडिस डिजीज इज कॉज्ड बाय विच ऑफ द फॉलोइंग माइक्रो ऑर्गेनिज्म? बैक्टीरियल डिजीज है, वायरल डिजीज है, फंगस डिजीज है या प्रोटोजोआ होंदी है? आ देख सकते हो तुसी, ठीक है। इस तरीके की होंदी है टाइनिया पेडिस। तो टाइनिया पेडिस होंदी कातों है? फंजाई तो होंदी है। कितों होंदी है? फंजाई। तो इस क्वेश्चन का राइट आंसर की है? फंजाई, यानी कि सी ऑप्शन फंगस। ओके, होर इनू की कहा जाता है? एथलीट्स फुट भी कहते हैं, है ना। तुम देख लो इमेज च, अब पैरों च हुई पई है ना, इनू भी कहते आपां, इनू ही कहा जाता है एथलीट्स फुट, ठीक है। ओके, वर्ल्ड वाइल्ड लाइफ फंड लोगो। अब वर्ल्ड वाइल्ड लाइफ फंड आ देखो, अब भालू दिखता पे ना तुहानू, वर्ल्ड वाइल्ड लाइफ फंड, ये भालू जिहा हुण इस बारे पूछ रहे, ये लोगो है, मतलब आ जी तुसीं मैं देखे ना, ये लोगो है, ठीक है। तो ये लोगो च की आंदा है? ऑप्शन देख लो, जायंट पांडा, एलीफेंट, टाइगर या रैड पांडा। तो जायंट पांडा आंदा है, ठीक है। तो इस क्वेश्चन का राइट आंसर की है? ए ऑप्शन। तो अच्छा, आ बनी कदों सी? ये भी तुसीं याद रख लेना। आ जी WWF है, ये बनी सी बई 1961 च। तो जे तुहानू इहदा हैडकुआटर पूछ लेंदे आ, तो ये हैडकुआटर इहदा हैगा ग्लांड कित्थे है? स्विट्जरलैंड च, स्विट्जरलैंड, ठीक है। ओके, अल नजा 4 अ जॉइंट मिलिट्री एक्सरसाइज ऑर्गेनाइज्ड एट द महाजान फील्ड फायरिंग रेंज इन बीकानेर राजस्थान हैल्ड बिटवीन इंडिया एंड। जे तुसीं नक्शिਆਂ ਨੂੰ पहचानते हो तो तुहानू आंसर तुहाडे दिमाग 'ਚ आ जाना चाहिए सी। ते आ अपने भारत का नक्शा, ते आ दूजा किहड़ा है? ये नक्शा हैगा ओमान का। किहदा नक्शा है? ओमान का नक्शा, ठीक है। आ तुसीं पिक्चर देख सकते हो, इंडियन आर्मी ते जिहड़ी अपनी हैगी है ओमान की आर्मी, उन्होंने एक्सरसाइज नू किता अल नजा 4। अब मिलिट्री एक्सरसाइज है, ये भी तुसीं याद रखना किहड़ी एक्सरसाइज सी ये भाई, ये मिलिट्री एक्सरसाइज है, ना कि नेवी ना एयरफोर्स, मिलिट्री एक्सरसाइज। अगला क्वेश्चन, चलो एक क्वेश्चन, इन्ने क्वेश्चन मैं कराते, है ना। एक क्वेश्चन तुसीं होमवर्क कर लियो, कुछ नहीं जाऊगा ना। जे किसी को आउंदा है तो कमेंट सैक्शन 'ਚ आंसर जरूर दसियो, मैं हार्ड दे दूंगा ताकि बाकियां भी पता लग जाए तो इस क्वेश्चन का राइट आंसर की है। हाउ मैनी हिम्स वर कंपोज बाय गुरु अंगद देव जी? गुरु अंगद देव जी सानू पता साडे दूजे सिख गुरु, लेटर इनकॉर्पोरेटेड इन द आदि ग्रंथ बाय गुरु अर्जन देव जी, है ना। आदि ग्रंथ नू कंपाइल किहने कीता सी? गुरु अर्जन देव जी ने। तो ये किन्ने हिम्स तुहानू मिलणगे? गुरु अंगद देव जी दे। तो वो आंसर की है? 63, ए ऑप्शन 63। एक्स्ट्रा इन्फॉर्मेशन पढ़ ली आप एक बारी। गुरु अंगद बॉर्न एज भाई लैणा द सेकंड ऑफ द 10 सिख गुरुज, ही रोट 63 श्लोक्स यानी कि स्टैंजाज विच वर लेटर इंक्लूडेड इन गुरु ग्रंथ साहब बाय 5th सिख गुरु गुरु अर्जन देव जी। ही फोकस्ड ऑन द टीचिंग्स ऑफ नानक एंड बिल्डिंग द कम्युनिटी थ्रू चैरिटेबल वर्क सच एज लंगर। लंगर पता शुरू तो की नानक देव जी ने, पर एक कह दो ना इंस्टीट्यूशनलाइज किने किया सी? दूजे सिख गुरु साडे गुरु अंगद देव जी। फर्स्ट आवर ऑफ एवरी पार्लीमेंटरी सिटिंग इज स्लॉटेड फॉर। सौखा क्वेश्चन है, बड़ा कॉमन क्वेश्चन है, आना चाहिए तुहानू क्वेश्चन आर। क्वेश्चन आर च की होंदा है? जिहड़े MP होंदे अपने लोक सभा राज्य सभा के, वो कितों क्वेश्चन पूछते हैं? जिहड़ा मिनिस्टर होंदा, मंत्री होगा, उस तो क्वेश्चन पूछा जाऊगा, ठीक है। तो क्वेश्चन 3 तरीके का होंदा है। एक होंदा है स्टार्ट क्वेश्चन, इहदे च की होंदा है? ओरल क्वेश्चन ते ओरल आंसर। एक होंदा है अनस्टार्ट क्वेश्चन, की होंदा है? अनस्टार्ट क्वेश्चन, इहदे च होंदा है ओरल क्वेश्चन। ओरल क्वेश्चन मतलब मूँह जो नहीं पूछा जाऊगा, तो रिटन आंसर। एक होंदा है शॉर्ट नोटिस क्वेश्चन। ये मैनू कमेंट सैक्शन च दसो, शॉर्ट नोटिस क्वेश्चन किहनूं कहा जाता है? ओके, द आदि चनलौर, एक मिनट प्रोनाउंस कर लिया आप, आदि चनलौर आर्कियोलॉजिकल साइट इज लोकेटेड इन स्टेट ऑफ तमिलनाडु, ठीक है। आप देख सकते हो साइट। विच ऑफ द फॉलोइंग इंस्ट्रूमेंट इज यूज टू मेजर इलैक्ट्रोमोटिव फोर्स। इलैक्ट्रोमोटिव फोर्स की होंदा है? इट इज एन एनर्जी ट्रांसफर टू एन इलैक्ट्रिक सर्किट पर यूनिट ऑफ इलैक्ट्रिक चार्ज। आ फॉर्मूला याद कर लियो इलैक्ट्रोमोटिव फोर्स का, एनर्जी ट्रांसफर टू एन इलैक्ट्रिक सर्किट पर यूनिट ऑफ इलैक्ट्रिक चार्ज। आ फॉर्मूला पढ़ लियो जरूर, ठीक है। तो किस इंस्ट्रूमेंट के थ्रू मेजर किया जाता है? तो मेजर किस इंस्ट्रूमेंट के थ्रू किया जाता है? पोटेंशियोमीटर के थ्रू। तो इस क्वेश्चन का राइट आंसर क्या हो जाएगा? सी ऑप्शन, ठीक है। ये अपने अज के क्वेश्चन। जो वीडियो वधिया लगी तो लाइक करो, दोस्तों नाल शेयर करो,
ਤੇ ਹੋਰ ਇਸ ਤਰੀਕੇ ਦੇ ਕੰਟੈਂਟ ਲਈ ਮੇਰੇ ਚੈਨਲ ਨੂੰ ਫੋਲੋ ਕਰਦੇ ਰਹੋ। ਠੀਕ ਹੈ, ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ, ਸਤਿ ਸ਼੍ਰੀ ਅਕਾਲ।